ਪੋਹ ਦਾ ਮਹੀਨਾ, ਕੜਕਦੀ ਠੰਡ ਦਾ ਮਹੀਨਾ, ਕੋਹਰੇ ਦਾ ਮਹੀਨਾ। ਇਹ ਉਹ ਮਹੀਨਾ ਹੈ ਜਿਸ ਦੇ ਵਿੱਚ ਧੁੰਦ ਸੜਕਾਂ ਤੇ ਅਕਸਰ ਕਹਿ ਢਾਉਂਦੀ ਨਜ਼ਰ ਆਉਂਦੀ ਹੈ। ਹਰ ਰੋਜ਼ ਸਵੇਰੇ ਉੱਠਦਿਆਂ ਹੀ ਬੀਤੇ ਦਿਨ ਧੁੰਦ ਕਾਰਨ ਵਾਪਰੇ ਸੜਕੀ ਹਾਦਸਿਆਂ ਦੀਆਂ ਦਿਲ ਕੰਬਾਊ ਖਬਰਾਂ ਸੁਣਨ ਨੂੰ ਮਿਲਦੀਆਂ ਨੇ। ਧੁੰਦ ਕਾਰਨ ਕਈ ਬੇਕਸੂਰ ਮੁਸਾਫਰ ਜਾਨ ਤੋਂ ਹੱਥ ਧੋ ਬੈਠਦੇ ਨੇ। ਅਜਿਹੇ ਮੌਸਮ ਦੇ ਵਿੱਚ ਵਾਹਨ ਕਿਵੇਂ ਚਲਾਏ ਜਾਣ ਤੇ ਕਿਹੜੀਆਂ-ਕਿਹੜੀਆਂ ਸਾਵਧਾਨੀਆਂ ਵਰਤੀਆਂ ਜਾਣ, ਇਸ ਜਾਣਕਾਰੀ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਡੇਲੀ ਪੋਸਟ ਪੰਜਾਬ, ਹਰਿਆਣਾ, ਹਿਮਾਚਲ ਦੀ ਟੀਮ ਨੇ ਸਵੇਰ ਤੋਂ ਲੈ ਕੇ ਰਾਤ ਤੱਕ ਦਾ ਤਜਰਬਾ ਕੀਤਾ। ਪਹਿਲਾਂ ਗੱਲ ਤੜਕ ਸਵੇਰ ਦੀ ਕਰ ਲੈਂਦੇ ਹਾਂ, ਜੋ ਬੇहद ਮਹੱਤਵਪੂਰਨ ਹੁੰਦੀ ਹੈ, ਕਿਉਂਕਿ ਇਸ ਵੇਲੇ ਅਕਸਰ ਸੰਘਣੀ ਧੁੰਦ ਤੇ ਕੋਹਰਾ ਪੈਂਦਾ ਹੈ, ਜਿਸ ਲਈ ਅਸੀਂ ਰੈਲੀ ਡਰਾਈਵਰ ਤੇ ਸਜੋਬਾ ਰੈਲੀ ਦੇ ਪ੍ਰਬੰਧਕ ਦਾਨਿਸ਼ ਸਿੰਘ ਮੰਗਟ ਕੋਲ ਪੁੱਜੇ, ਜਿਨ੍ਹਾਂ ਨੇ ਸਾਨੂੰ ਸਵੇਰ ਵੇਲੇ ਦੀ ਸੰਘਣੀ ਧੁੰਦ ਵਿੱਚ ਗੱਡੀ ਕਿਵੇਂ ਸੁਰੱਖਿਅਤ ਤਰੀਕੇ ਨਾਲ ਚਲਾਈ ਜਾਵੇ ਬਾਰੇ ਦੱਸਿਆ। ਮੌਸਮ ਵਿਭਾਗ ਦੇ ਅਨੁਸਾਰ ਸਵੇਰੇ 4 ਵਜੇ ਤੋਂ ਲੈ ਕੇ 9 ਵਜੇ ਤੱਕ ਦਾ ਟਾਈਮ ਧੁੰਦ ਦਾ ਹੁੰਦਾ ਹੈ ਸਵੇਰੇ। ਉਸ ਤੋਂ ਬਾਅਦ ਧੁੰਦ ਛਟਣੀ ਸ਼ੁਰੂ ਹੋ ਜਾਂਦੀ ਹੈ। ਪਰ ਜੇ ਸ਼ਾਮ ਦੀ ਗੱਲ ਕਰੀਏ, ਸ਼ਾਮ ਨੂੰ ਦੁਬਾਰਾ 5 ਵਜੇ ਤੋਂ ਲੈ ਕੇ ਉਸ ਤੋਂ ਬਾਅਦ ਸਵੇਰੇ 1 ਜਾਂ 2 ਵਜੇ ਤੱਕ ਧੁੰਦ ਉਸੇ ਤਰੀਕੇ ਨਾਲ ਲਗਾਤਾਰ ਰਹਿੰਦੀ ਹੈ। ਤਾਂ ਕਿਤੇ ਨਾ ਕਿਤੇ ਜੇ ਤੁਸੀਂ ਰਾਤ ਨੂੰ ਵੀ ਸਫ਼ਰ ਕਰ ਰਹੇ ਹੋ, ਉਹ ਕਿੰਨਾ ਖਤਰਨਾਕ ਸਾਬਿਤ ਹੋ ਸਕਦਾ ਹੈ। ਕਿਉਂਕਿ ਖਤਰਨਾਕ ਮੈਂ ਇਸ ਕਰਕੇ ਕਹਿ ਰਿਹਾ ਕਿਉਂਕਿ ਇੱਕ ਸਟੱਡੀ ਪੰਜਾਬ ਪੁਲਿਸ ਵੱਲੋਂ ਵੀ ਆਈ ਹੈ, ਜਿਹਦੇ ਵਿੱਚ ਕਿਹਾ ਗਿਆ ਕਿ 2021 ਦੇ ਵਿੱਚ ਘੱਟੋ ਘੱਟ 4,500 ਤੋਂ ਵੱਧ ਲੋਕਾਂ ਦੀ ਮੌਤ ਸੜਕ ਹਾਦਸਿਆਂ 'ਚ ਹੋਈ ਹੈ। ਹੁਣ ਓਵਰ ਸਪੀਡਿੰਗ ਵੀ ਕਾਰਨ ਹੈਗੇ ਉਸ ਗਲਤ ਤਰੀਕੇ ਨਾਲ ਗੱਡੀ ਚਲਾਉਣਾ ਕਾਰਨ ਹੈਗਾ ਕਿ ਤੁਸੀਂ ਰੋਂਗ ਸਾਈਡ ਤੋਂ ਆ ਰਹੇ ਹੋ। ਪਰ ਇੱਕ ਕਾਰਨ, ਕਿਉਂਕਿ ਅੱਜ ਅਸੀਂ ਅਖਬਾਰਾਂ 'ਚ ਪੜ੍ਹ ਰਹੇ ਹਾਂ, ਮੀਡੀਆ 'ਚ ਪੜ੍ਹ ਰਹੇ ਹਾਂ ਕਿ ਧੁੰਦ ਇੱਕ ਵੱਡਾ ਕਾਰਨ ਹੈ ਸੜਕ ਹਾਦਸਿਆਂ ਦਾ। ਤੁਸੀਂ ਉਸ ਤੋਂ ਕਿਸ ਤਰੀਕੇ ਨਾਲ ਬਚ ਸਕਦੇ ਹੋ? ਮੇਰੇ ਨਾਲ ਇਸ ਵਕਤ ਦਾਨਿਸ਼ ਮੰਗਟ ਨੇ, ਜਿਹੜੇ ਕਿ ਰੈਲੀ ਡਰਾਈਵਰ ਵੀ ਨੇ, ਪਰ ਨਾਲ ਦੇ ਨਾਲ ਸਜੋਬਾ ਜਿਹੜੀ ਰੇਸਿਸ ਹੁੰਦੀਆਂ ਨੇ ਹਰ ਸਾਲ, ਉਹ ਵੀ ਆਰਗੇਨਾਈਜ਼ ਕਰਾਉਂਦੇ ਨੇ। ਦਾਨਿਸ਼, ਸਭ ਤੋਂ ਪਹਿਲਾਂ ਕਿਉਂਕਿ ਜਿਸ ਤਰੀਕੇ ਨਾਲ ਫੌਗ ਬਹੁਤ ਜ਼ਿਆਦਾ ਪੈ ਰਹੀ ਹੈ, ਅਸੀਂ ਦੇਖ ਰਹੇ ਹਾਂ ਸਾਡੇ ਆਸ-ਪਾਸ ਹਰ ਪਾਸੇ ਫੌਗ ਹੈ, ਧੁੰਦ ਦੀ ਚਾਦਰ ਜਿਸ ਤਰੀਕੇ ਨਾਲ ਛਾਈ ਵੀ ਹੈ, ਹਰ ਕਿਸ ਨੂੰ ਪਰੇਸ਼ਾਨੀ ਆਉਂਦੀ ਹੈ। ਤੁਸੀਂ ਵੀ ਇੱਥੇ ਤੱਕ ਆਏ ਹੋ, ਮੇਰੇ ਨਾਲ ਰਸਤੇ 'ਚ ਪਰੇਸ਼ਾਨੀ ਆਈ ਹੋਣੀ ਹੈ, ਮੈਨੂੰ ਤਾਂ ਖੈਰ ਆਈ ਹੈ। ਅਤੇ ਕੀ ਟਿਪਸ ਹੋ ਸਕਦੀਆਂ ਨੇ ਕਿ ਅਸੀਂ ਜਿਹੜਾ ਹੈ ਉਹ ਫੌਗ ਤੋਂ ਆਪਣੇ ਆਪ ਨੂੰ ਵੀ ਬਚਾਈਏ, ਆਪਣੇ ਵਹੀਕਲ ਨੂੰ ਵੀ ਬਚਾਈਏ, ਪਰ ਜੋ ਆਸ-ਪਾਸ ਗੱਡੀਆਂ ਵਾਲੇ ਨੇ, ਬਾਈਕਸ ਵਾਲੇ ਨੇ, ਸਕੂਟਰਸ ਵਾਲੇ ਨੇ, ਜਿਹੜੇ ਆਪਣੇ ਘਰ ਜਾ ਰਹੇ ਨੇ ਕੰਮ ਕਰਕੇ ਦਫ਼ਤਰ ਤੋਂ, ਜਾਂ ਦਫ਼ਤਰ ਜਾ ਰਹੇ ਨੇ ਸਵੇਰੇ, ਉਹਨਾਂ ਨੂੰ ਬਚਾਈਏ। ਉਹ ਟਿਪਸ ਜ਼ਰੂਰ ਜਾਣਾਂਗੇ। ਬਿਲਕੁਲ ਸਰ ਅੱਜ ਕੱਲ੍ਹ ਜਿਵੇਂ ਫੌਗ ਵੱਧਦੀ ਜਾ ਰਹੀ ਹੈ ਦਿਨ ਬਰ ਦਿਨ, ਤਾਂ ਮੇਰਾ ਇਹੀ ਸਾਰਿਆਂ ਨੂੰ ਲੋਕਾਂ ਨੂੰ ਅਪੀਲ ਹੈ ਕਿ ਸਭ ਤੋਂ ਪਹਿਲਾਂ ਰਿਫਲੈਕਟਰ ਲਗਾਓ ਆਪਣੀ ਗੱਡੀ ਦੇ ਪਿੱਛੇ। ਇਹ ਸਾਡੀ ਆਪਣੀ ਸੇਫਟੀ ਲਈ ਹੈ ਜੀ, ਤਾਂ ਕਿ ਰਿਫਲੈਕਟਰ ਜਦ ਸਾਡੀ ਲਾਈਟ ਪਏ ਲੋਕਾਂ ਨੂੰ ਪਤਾ ਲੱਗੇ ਕਿ ਅਸੀਂ ਜਾ ਰਹੇ ਹਾਂ ਕਿਸੇ ਥਾਂ ਨੂੰ। ਰਿਫਲੈਕਟਰ ਲਗਾਉਣ 'ਚ ਕੋਈ ਸ਼ਰਮ ਨਹੀਂ ਹੈ ਜੀ। ਲੋਕੀ ਕਦੇ ਪਰਹੇਜ਼ ਕਰਦੇ ਇਸ ਚੀਜ਼ ਤੋਂ, ਪਰ ਜਿੰਨਾ ਰਿਫਲੈਕਟਰ ਲਾਓਗੇ ਜੀ ਉਸ ਚੀਜ਼ ਤੋਂ ਤੁਸੀਂ ਬਚੋਗੇ। ਉਸ ਚੀਜ਼ ਨਾਲ ਸਾਡਾ ਸੇਫਟੀ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ ਜੀ ਇਸ ਚੀਜ਼ 'ਤੇ। ਅਤੇ ਅਸੀਂ ਤੁਹਾਨੂੰ ਡੈਮੋਨਸਟ੍ਰੇਸ਼ਨ ਕਰਕੇ ਵੀ ਦਿਖਾਵਾਂਗੇ ਕਿ ਆਖਿਰਕਾਰ ਗੱਡੀ ਨਹੀਂ ਕਿਵੇਂ ਚਲਾਈ ਦੀ, ਇਹ ਨਹੀਂ ਦਿਖਾਵਾਂਗੇ, ਪਰ ਫੌਗ ਕਾਰਨ ਜਦ ਤੁਸੀਂ ਆਪਣੇ ਆਪ ਨੂੰ ਬਚਾਉਣਾ ਹੈ, ਪ੍ਰੀਵੈਂਸ਼ਨਸ ਕੀ ਹੁੰਦੇ ਨੇ, ਉਹ ਜ਼ਰੂਰ ਦਿਖਾਵਾਂਗੇ। ਆਓ ਚਲਿਏ ਦਾਨਿਸ਼ ਜੀ ਸਰ, ਬਿਲਕੁਲ ਆਓ ਚਲਿਏ। ਇਸ ਵਕਤ ਸਵੇਰ ਦੇ ਪੂਰੇ 8 ਵਜੇ ਨੇ, ਅਤੇ ਅਮੂਮਨ 8 ਤੋਂ 9:30 10 ਦਾ ਟਾਈਮ ਹੁੰਦਾ ਲੋਕਾਂ ਦੇ ਆਫਿਸ ਜਾਣ ਦਾ। ਇਸ ਵਕਤ ਅਸੀਂ ਸ਼ੁਰੂਆਤ ਕਰ ਰਹੇ ਹਾਂ ਇੱਕ ਪਿੰਡ ਤੋਂ, ਯਾਨੀ ਜਿਹੜਾ ਇੱਕ ਅੰਦਰ ਦਾ ਇਲਾਕਾ ਹੁੰਦਾ ਜਿੱਥੋਂ ਲੋਕ ਜਾਂਦੇ ਨੇ, ਜਾਂ ਸ਼ਹਿਰ ਦੇ ਇਲਾਕੇ ਤੋਂ। ਸ਼ਹਿਰ 'ਚ ਹਾਲਾਂਕਿ ਘੱਟ ਧੁੰਦ ਹੁੰਦੀ ਹੈ, ਇੰਨੀ ਨਹੀਂ ਹੁੰਦੀ ਜਿੰਨੀ ਕਿ ਪਿੰਡ 'ਚ ਹੁੰਦੀ ਹੈ, ਕਿਉਂਕਿ ਆਸ-ਪਾਸ ਖੇਤ ਹੁੰਦੇ ਨੇ, ਖੇਤ ਖਲਿਆਰੇ ਹੁੰਦੇ ਨੇ, ਜਿਹਦੇ ਕਰਕੇ ਧੁੰਦ ਜ਼ਿਆਦਾ ਪੈਂਦੀ ਆ। ਤੁਸੀਂ ਸਾਈਡ 'ਚ ਵੀ ਦੇਖ ਸਕਦੇ ਹੋ ਧੁੰਦ ਕਿਸ ਤਰੀਕੇ ਨਾਲ ਪੈ ਰਹੀ ਹੈ। ਇੱਥੇ ਕਿਸ ਤਰੀਕੇ ਨਾਲ ਗੱਡੀ ਚਲਾਉਣੀ ਚਾਹੀਦੀ ਹੈ, ਕਿਉਂਕਿ ਸ਼ੁਰੂਆਤੀ ਦੌਰ 'ਚ ਤੁਸੀਂ ਦੱਸਿਆ ਕਿ ਕੀ ਰਿਫਲੈਕਟਰਾਂ ਦੀ ਗੱਲ ਹੁੰਦੀ ਹੈ, ਕਿਸ ਤਰੀਕੇ ਨਾਲ ਲਾਣੇ ਚਾਹੀਦੇ ਨੇ। ਲੋਕ ਪਰਹੇਜ਼ ਕਰਦੇ ਨੇ, ਪਰ ਉਹ ਤੁਹਾਡੀ ਜਾਨ ਬਚਾ ਸਕਦੇ ਨੇ। ਉਹ ਕਿਸੇ ਹੋਰ ਨੂੰ ਦੱਸ ਸਕਦੇ ਨੇ ਕਿ ਗੱਡੀ ਆ ਰਹੀ ਹੈ। ਹੁਣ ਜਦ ਅਸੀਂ ਪਿੰਡ ਦੀ ਗੱਲ ਕਰ ਰਹੇ ਹਾਂ, ਜਿੱਥੇ ਆਬਾਦੀ ਬਹੁਤ ਹੈ, ਲੋਕ ਨੇ, ਬੱਚੇ ਨੇ, ਸਵੇਰੇ ਸਕੂਲ ਜਾਣ ਲਈ ਤਿਆਰ ਬੈਠੇ ਨੇ, ਕਿਸ ਤਰੀਕੇ ਦੀ ਇੱਥੇ ਜਿਹੜੀ ਤਿਆਰੀ ਹੋਣੀ ਚਾਹੀਦੀ ਹੈ ਵਾਈਲ ਡਰਾਈਵਿੰਗ? ਜੀ ਸਰ, ਸਭ ਤੋਂ ਪਹਿਲਾਂ ਤਾਂ ਸਭ ਤੋਂ ਜ਼ਿਆਦਾ ਜ਼ਰੂਰੀ ਸੀ ਕਿ ਅਸੀਂ ਸਪੀਡ ਆਪਣੀ ਘੱਟ ਰੱਖੀ ਗੱਡੀ ਜੀ, ਕਿ ਤਾਂ ਕਿ ਲੋਕਾਂ ਦੇ ਵਿੱਚ ਅਸੀਂ ਨਾ ਵੱਜੀਏ, ਜਾਂ ਫਿਰ ਲੋਕਾਂ ਨੂੰ ਅਵੇਅਰ ਹੋਣ ਦਾ ਇਸਤੇਮਾਲ ਕਰੀਏ ਜਿੱਥੇ ਸਾਨੂੰ ਬਲਾਈਂਡ ਟਰਨ ਦਿਸਦੀ, ਜਾਂ ਫਿਰ ਸਾਨੂੰ ਨਹੀਂ ਪਤਾ ਲੱਗ ਰਿਹਾ ਜੀ ਅੱਗੇ ਕੀ ਹੈ। ਅਤੇ ਦੂਜਾ ਜੀ, ਸਾਰੇ ਲੋਕਾਂ ਨੂੰ ਜਿਵੇਂ ਕੋਹਰਾ ਪੈਣ ਲੱਗ ਪੈਣਾ ਜੀ, ਅਤੇ ਆਪਣਾ ਵਾਈਪਰ ਦਾ ਇਸਤੇਮਾਲ ਜ਼ਰੂਰ ਕਰੀਏ, ਤਾਂ ਕਿ ਜੀ ਵਾਈਪਰਾਂ ਨਾਲ ਸਾਡੀ ਗੱਡੀ ਇੱਕਦਮ ਸ਼ੀਸ਼ਾ ਵੀ ਇੱਕਦਮ ਸਾਫ਼ ਰਹੇ। ਅਤੇ ਡੀਫੋਗਰ ਦਾ ਇਸਤੇਮਾਲ ਤਾਂ ਐਬਸੋਲੂਟਲੀ ਨੈਸੇਸਰੀ ਹੈ ਜੀ, ਕਿਉਂਕਿ ਜੇ ਡੀਫੋਗਰ ਨਹੀਂ ਵਰਤੇ ਜੀ, ਸਾਡੇ ਅੰਦਰ ਹੀ ਬਹੁਤ ਭਾਫ ਜੰਮ ਜਾਣੀ ਗੱਡੀ ਦੇ ਅੰਦਰ, ਅਤੇ ਉਹ ਨਿਕਲਣੀ ਨਹੀਂ, ਅਤੇ ਸਾਨੂੰ ਅੱਗੇ ਦਿਸਣਾ ਨਹੀਂ ਜੀ। ਫਿਰ ਲੋਕ ਹੱਥਾਂ ਨਾਲ ਸਾਫ਼ ਕਰਦੇ ਜੀ, ਕੋਈ ਕੱਪੜਾ ਵਰਤਦਾ, ਪਰ ਉਹ ਟੈਂਪਰੇਰੀ ਸੋਲਿਊਸ਼ਨ ਹੈ ਜੀ, ਪੱਕਾ ਸੋਲਿਊਸ਼ਨ ਇਸ ਚੀਜ਼ ਦਾ ਬਿਲਕੁਲ ਵੀ ਨਹੀਂ ਹੈ। ਅਤੇ ਇੱਕ ਮੈਂ ਲੋਕਾਂ ਨੂੰ ਜੀ ਇਹੀ ਕਹਿਣਾ ਚਾਹੂੰਗਾ, ਜਿੰਨਾ ਹੋ ਸਕੇ ਕਿ ਆਪਣਾ ਲਾਈਟਸ ਦਾ ਇਸਤੇਮਾਲ ਦਿਨ 'ਚ ਵੀ ਯੂਜ਼ ਕਰੀਏ, ਕਿ ਯੈਲੋ ਲਾਈਟ
ਫੌਗ ਨੂੰ ਬਹੁਤ ਕੱਟਦੀ ਹੈ ਜੀ, ਵਾਈਟ ਨਹੀਂ ਉਨੀ ਕੱਟਦੀ। ਲੋਕੀ ਅਸੀਂ ਬਾਹਰੋਂ ਆਪਾਂ ਚੇਂਜ ਕਰਾ ਲੈਨੇ ਜੀ, HID ਲਵਾ ਲੈਨੇ, LED ਲਵਾ ਲੈਨੇ, ਪਰ ਉਹ ਲਾਈਟ ਨੂੰ ਨਹੀਂ ਕੱਟਦੀ ਐਂਡ ਆਫ ਦ ਡੇ, ਸਿਰਫ ਯੈਲੋ ਲਾਈਟ ਹੀ ਕੱਟਦੀ। ਤੇ ਲੋਕਾਂ ਨੂੰ ਫੌਗ ਲੈਂਪ ਤਾਂ ਘੱਟ ਤੋਂ ਘੱਟ ਯੈਲੋ ਰਹਿਣ ਜੀ, ਜੇ ਤੁਹਾਡੀ ਹੈਡਲਾਈਟ ਨਹੀਂ ਹੈ, ਪਰ ਹੈਡਲਾਈਟ ਵੀ ਰੱਖੋ ਜਿੰਨਾ ਹੋ ਸਕੇ। ਜੇ ਸਟਾਕ ਗੱਡੀ ਹੈ ਤੇ ਇਹ ਅਜੇ ਯੈਲੋ ਹੀ ਆਈ ਹੈ ਲਾਈਟ, ਤੇ ਉਹਦੇ 'ਚ ਯੈਲੋ ਹੀ ਰੱਖੀਏ। ਹੁਣ ਅਸੀਂ ਹਾਈਵੇ ਤੇ ਪਹੁੰਚ ਗਏ ਆ, ਚੰਡੀਗੜ੍ਹ ਪਟਿਆਲਾ ਹਾਈਵੇ ਦੀ ਅਸੀਂ ਗੱਲ ਕਰੀਏ, ਵਿਜ਼ਿਬਿਲਟੀ ਇੱਥੇ ਹੈਗੀ ਹੈ ਪਰ ਇੰਨੀ ਵੀ ਜ਼ਿਆਦਾ ਨਹੀਂ ਹੈਗੀ ਕਿ ਅਸੀਂ ਗੱਡੀ ਖਿੱਚ ਲਈਏ। ਮਤਲਬ ਗੱਡੀ ਦੇ ਅਜੇ ਸਪੀਡ ਲਿਮਿਟ ਇੱਥੇ 90 ਦਿੱਤੀ ਗਈ ਹੈ, ਤਾਂ ਕੀ ਲੱਗਦਾ ਇਸ ਤਰੀਕੇ ਨਾਲ ਸਾਨੂੰ 90 ਖਿੱਚਣੀ ਚਾਹੀਦੀ ਹੈ ਗੱਡੀ, ਜਾਂ ਫਿਰ ਗੱਡੀ ਘੱਟ ਰੱਖਣੀ ਚਾਹੀਦੀ ਹੈ ਸਿਚੁਏਸ਼ਨ ਦੇ ਹਿਸਾਬ ਨਾਲ? ਸਿਚੁਏਸ਼ਨ ਦੇ ਹਿਸਾਬ ਨਾਲ ਇਸ ਟਾਈਮ ਤੇ ਤਾਂ 60 ਮੇਰੇ ਖਿਆਲ ਦੀ 50-60 ਦੀ ਸਪੀਡ ਦੇ ਵਿੱਚ ਹਾਈਵੇ ਤੇ ਰਹਿਣਾ ਚਾਹੀਦਾ ਐਂਡ ਆਫ ਦ ਡੇ ਜੀ, ਕਿਉਂਕਿ ਅੱਜ ਕੱਲ ਕੋਈ ਪਤਾ ਨਹੀਂ ਜੀ, ਅੱਜ ਕੱਲ ਪਾਈਲਅਪ ਹੋਣ ਲੱਗ ਪਏ ਨੇ ਜੀ, ਕਿਉਂਕਿ ਹੁਣ ਫੌਗ ਇੰਨੀ ਹੋ ਗਈ ਹੈ ਤੇ ਪਾਈਲਅਪ ਸ਼ੁਰੂ ਹੋ ਜਾਣੇ। ਜਿਵੇਂ ਪਾਈਲਅਪ ਸ਼ੁਰੂ ਹੋਏ ਜੀ, ਸਾਨੂੰ ਡਿਸਟੈਂਸ ਰੱਖਣਾ ਪੈਣਾ, ਕਿਉਂਕਿ ਅੱਜ ਕੱਲ ਗੰਨੇ ਦਾ ਸੀਜ਼ਨ ਆ ਗਿਆ ਤੁਹਾਡਾ। ਧੂੜੀ ਲੋਕੀ ਲੈ ਕੇ ਜਾਂਦੇ, ਉਹਦੇ 'ਚ ਤਾਂ ਨਾ ਰਿਫਲੈਕਟਰ ਹੈ ਜੀ ਨਾ ਕੁਛ, ਨਾਲੇ ਧੂੜੀ ਤੇ ਗੰਨਾ ਜੀ ਘੱਟ ਤੋਂ ਘੱਟ ਟਰਾਲੀ ਤੋਂ 2-3 ਫੁੱਟ ਤੱਕ ਅੱਗੇ ਹੁੰਦਾ ਹੀ ਹੁੰਦਾ, ਤੇ ਸਾਨੂੰ ਤਾਂ ਦਿਸਦਾ ਨਹੀਂ। ਤੇ ਸਾਨੂੰ ਇੰਨਾ ਡਿਸਟੈਂਸ ਸਾਨੂੰ ਰੱਖਣਾ ਚਾਹੀਦਾ ਜੀ। ਸਾਡੇ ਜਿਵੇਂ ਕਹਿੰਦੇ ਜੀ ਡਰਾਈਵਿੰਗ 'ਚ ਕਿ ਸਾਨੂੰ ਇੱਧਰੋਂ ਨੰਬਰ ਪਲੇਟ ਦੂਰੋਂ ਬੰਦੇ ਦਾ ਦਿਸ ਜਾਏ, ਉਨੀ ਪਹਿਲਾਂ ਬ੍ਰੇਕ ਅਸੀਂ ਮਾਰ ਲਈਏ, ਤਾਂ ਕਿ ਲੋਕਾਂ ਨੂੰ ਕਲੀਅਰ ਰਹੇ ਜੀ ਕੋਈ ਆ ਰਿਹਾ, ਜਾਂ ਫਿਰ ਆਪਣੀ ਹੌਰਨ ਦਾ ਇਸਤੇਮਾਲ ਬਾਰ-ਬਾਰ ਕਰਦੇ ਰਹੀਏ ਐਂਡ ਆਫ ਦ ਡੇ, ਤਾਂ ਕਿ ਐਬਸੋਲੂਟਲੀ ਕਲੀਅਰ ਹੈ ਜੀ ਪਿੱਛੇ ਵਹੀਕਲ ਹੈ ਸਾਡੇ। ਬਿਲਕੁਲ। ਅੱਛਾ, ਇੱਕ ਚੀਜ਼ ਜ਼ਰੂਰ ਦੇਖੀ ਗਈ ਹੈ ਕਿ ਕਈ ਸਾਰੇ ਟਰੱਕ ਹੁੰਦੇ ਨੇ, ਟਰੱਕ ਕਿਉਂਕਿ ਲੌਂਗ ਰੂਟ ਕਰਨਾ ਹੁੰਦਾ ਹੈ ਔਰ ਰਸਤੇ 'ਚ ਹੀ ਕਿਤੇ ਰੁਕ ਜਾਂਦੇ ਨੇ, ਸੜਕ ਤੇ ਲਾ ਲੈਂਦੇ ਨੇ ਟਰੱਕ ਆਪਣਾ, ਤੇ ਉਸ ਤੋਂ ਬਾਅਦ ਨਿਕਲਦੇ ਨੇ। ਇਹ ਵੀ ਜ਼ਰੂਰੀ ਹੈ ਜਿਵੇਂ ਤੁਸੀਂ ਦੇਖ ਕੇ ਨਿਕਲ ਰਹੇ ਹੋ, ਕਿਉਂਕਿ ਇੱਕਦਮ ਤੋਂ ਪਤਾ ਨਹੀਂ ਲੱਗਦਾ ਕਿਹੜੀ ਗੱਡੀ ਕਿਸ ਪਾਸੋਂ ਆ ਰਹੀ ਹੈ। ਬਿਲਕੁਲ ਸਰ, ਕਿਉਂਕਿ ਹਾਈਵੇ ਤੇ ਤਾਂ ਸਰ ਇਸ ਚੀਜ਼ ਦਾ ਕੁਝ ਕਹਿ ਹੀ ਨਹੀਂ ਸਕਦੇ ਕਿ ਕਿੱਥੋਂ ਵਹੀਕਲ ਆ ਜਾਣਾ ਜੀ, ਸਾਈਡ ਤੋਂ ਆ ਜਾਣਾ, ਪਿੱਛੋਂ ਆ ਜਾਣਾ। ਇਹ ਟਰੱਕਸ ਦੀ ਤਾਂ ਸਭ ਤੋਂ ਜ਼ਿਆਦਾ ਇਹ ਪ੍ਰੋਬਲਮ ਹੈ ਜੀ, ਟਰੱਕ ਵਾਲਿਆਂ ਦੀ ਅੱਧਿਆਂ ਦੀ ਲਾਈਟਾਂ ਚੱਲਦੀਆਂ ਨਹੀਂ ਜੀ, ਅੱਧਿਆਂ ਦੀ ਜਿਨ੍ਹਾਂ ਦੀ ਚੱਲਦੀਆਂ ਉਹ ਵਰਤਦੇ ਨਹੀਂ ਜੀ। ਤੇ ਜਿਹੜੀ ਟਰੱਕ ਜਾਂ ਬੱਸ ਜਦ ਖਰਾਬ ਹੋ ਜਾਏ ਸਾਈਡ ਤੇ ਲਾ ਦਿੰਦੇ ਨੇ ਜੀ, ਉਹਨਾਂ ਕੋਲ ਪੱਕੇ ਰਿਫਲੈਕਟਰ, ਜਿਹਨੂੰ ਆਪਾਂ ਰਿਫਲੈਕਟਰ ਟ੍ਰਾਇੰਗਲ ਕਹਿੰਦੇ, ਉਹਨਾਂ ਕੋਲ ਉਹ ਵੀ ਨਹੀਂ ਹੁੰਦਾ, ਉਹਨਾਂ ਨੇ ਟਾਹਣੀਆਂ ਪੱਟ ਕੇ ਲਾ ਦਿੰਦੇ ਤਾਂ ਕਿ ਜੀ ਲੋਕਾਂ ਨੂੰ ਲੱਗੇ ਕਿ ਘੱਟ ਤੋਂ ਘੱਟ ਸਾਈਡ ਤੇ ਟਰੱਕ ਰੁਕਿਆ। ਪਰ ਇਹਦੇ ਨਾਲ ਫੌਗ 'ਚ ਤੁਹਾਨੂੰ ਐਂਡ ਆਫ ਦ ਮੂਮੈਂਟ ਪਤਾ ਲੱਗ ਜਾਂਦਾ ਜੀ, ਟਰੱਕ ਸਾਹਮਣੇ ਖੜੇ ਤੇ ਹੈਡ ਔਨ ਕੋਲੀਜਨ ਹੋ ਜਾਂਦੀ ਸਾਡੀ ਉਹਨਾਂ ਨਾਲ। ਜਦ ਹੈਡ ਔਨ ਕੋਲੀਜਨ ਹੋ ਗਈ ਤਾਂ ਸਾਡਾ ਵੀ ਨੁਕਸਾਨ ਹੈ, ਉਹਨਾਂ ਦਾ ਵਿਚਾਰੇ ਦਾ ਚਲੋ ਜੋ ਹੈਗਾ ਹੀ ਹੈਗਾ, ਜਾਨ ਵੀ ਜਾ ਸਕਦੀ ਹੈ, ਕਿਉਂਕਿ ਪਤਾ ਨਹੀਂ ਲੱਗਦਾ ਟਰੱਕ 'ਚ ਕੀ ਪਿਆ। ਕਈ ਵਾਰ ਸਰੀਏ ਪਏ ਹੁੰਦੇ ਨੇ ਟਰੱਕ 'ਚ, ਤਾਂ ਉਹ ਬਹੁਤ ਪ੍ਰੋਬਲਮ ਕ੍ਰੀਏਟ ਕਰ ਸਕਦੇ ਨੇ ਕਿਸੇ ਲਈ ਵੀ। ਇਸ ਕਰਕੇ ਆਪਾਂ ਨੂੰ ਉਹਨਾਂ ਨੂੰ ਧਿਆਨ ਰੱਖੀਏ ਨਾ ਰੱਖੀਏ, ਆਪਾਂ ਨੂੰ ਜ਼ਰੂਰ ਰੱਖਣਾ ਪੈਣਾ ਧਿਆਨ। ਸਭ ਤੋਂ ਜ਼ਿਆਦਾ ਪ੍ਰੋਬਲਮ ਕਿੱਥੇ ਕ੍ਰੀਏਟ ਕਰਦੀ ਹੈ, ਸਭ ਤੋਂ ਜ਼ਿਆਦਾ ਡੇਂਜਰਸ ਕਿੱਥੇ ਹੈ? ਜਦ ਰਾਤ ਨੂੰ ਫੌਗ ਹੋਏ ਜਾਂ ਦਿਨ 'ਚ ਫੌਗ ਹੋਏ? ਇਹ ਸਰ ਦਿਨ ਦੀ ਫੌਗ ਜ਼ਿਆਦਾ ਸਾਨੂੰ ਪਰੇਸ਼ਾਨ ਕਰਦੀ। ਰਾਤ ਨੂੰ ਤਾਂ ਜੀ ਜਿਵੇਂ ਸੂਰਜ ਆਉਂਦਾ ਜੀ, ਸੂਰਜ ਸਾਡੀ ਜਿਵੇਂ ਲੋਕੀ ਕਹਿੰਦੇ ਨੇ ਸੂਰਜ ਤੋਂ ਬਾਅਦ ਫੌਗ ਹੋਰ ਵੱਧਦੀ ਹੈ, ਤੇ ਸੂਰਜ ਤੋਂ ਬਾਅਦ ਫੌਗ ਫੈਲਦੀ ਹੈ। ਜਿਵੇਂ ਹੋਰ ਫੈਲਣੀ ਸ਼ੁਰੂ ਕਰਨੀ ਹੈ ਜੀ ਫੌਗ, ਸਾਨੂੰ ਹੋਰ ਤੰਗ ਕਰਨੀ ਹੈ। ਰਾਤ ਤਾਂ ਬੰਦਾ ਫਿਰ ਵੀ ਕੱਟ ਲੈਂਦਾ ਜੀ, ਕਿਉਂਕਿ ਰਿਫਲੈਕਟਰ ਸੜਕ ਦੇ ਨੇੜੇ ਹੁੰਦੇ ਨੇ ਜੀ, ਇੱਕ ਸੜਕ ਦੀ ਸੀਟ ਨਾਲ ਸਾਰੇ ਚੱਲਦੇ ਨੇ ਜੀ, ਜਿਵੇਂ ਇੱਕ ਲੇਨ ਲੈ ਲਈ ਜੀ ਉਹਦੇ 'ਚ ਹੀ ਚੱਲਦੇ ਨੇ। ਪਰ ਦਿਨ ਨੂੰ ਤਾਂ ਨਾ ਤੁਹਾਨੂੰ ਇੱਧਰ ਦਾ ਦਿਸਣਾ ਹੈ ਜੀ, ਨਾ ਉੱਧਰ ਦਾ ਦਿਸਣਾ ਹੈ, ਆਪਣੇ ਹਿਸਾਬ ਨਾਲ ਗੱਡੀ ਚਲਾਉਣੀ ਪੈਂਦੀ ਐਂਡ ਆਫ ਦ ਡੇ। ਪਰ ਲੋਕਾਂ ਨੂੰ ਇਹ ਕਰਨਾ ਚਾਹੀਦਾ ਜੀ, ਡਿਵਾਈਡਰ ਦੇ ਇੱਕ ਪਾਸੇ ਜਾਂ ਦੂਜੇ ਪਾਸੇ ਰਹਿਣਾ ਚਾਹੀਦਾ, ਵਿਚਾਲੇ ਨਹੀਂ ਚੱਲਣਾ ਚਾਹੀਦਾ ਜੀ ਕਦੇ, ਕਿਉਂਕਿ ਇੱਕ ਪਾਸੇ ਦੂਜੇ ਪਾਸੇ ਤੁਹਾਨੂੰ ਘੱਟ ਤੋਂ ਘੱਟ ਮਾੜੀ ਮੋਟੀ ਵਿਜ਼ਿਬਿਲਿਟੀ, ਜਾਂ ਫਿਰ ਤੁਸੀਂ ਆਪਣਾ ਜਿਵੇਂ ਸ਼ੀਸ਼ਾ ਥੱਲੇ ਕਰਕੇ ਚੱਲੋ ਤਾਂ ਤੁਹਾਨੂੰ ਬਾਹਰ ਦੀ ਆਵਾਜ਼ਾਂ ਸੁਣਦੀਆਂ ਜੀ, ਆਵਾਜ਼ਾਂ ਨਾਲ ਤੁਸੀਂ ਗੱਡੀ ਚਲਾ ਸਕਦੇ ਹੋ, ਕਿਉਂਕਿ ਅੱਗੇ ਜੇ ਵਿਜ਼ਿਬਿਲਿਟੀ ਨਹੀਂ ਤਾਂ ਘੱਟ ਤੋਂ ਘੱਟ ਸਾਡੀ ਜਿਹੜੀ ਆਵਾਜ਼ ਹੈ ਸਾਨੂੰ ਦੱਸ ਦਿੰਦੀ ਹੈ ਜੀ ਕਿ ਗੱਡੀ ਕੋਈ ਨੇੜੇ ਹੈ। ਜਿਵੇਂ ਕਿਸੇ ਨੇ ਐਕਸਲਰੇਟ ਕੀਤਾ ਜ਼ਿਆਦਾ, ਸਾਨੂੰ ਪਤਾ ਲੱਗ ਜਾਂਦਾ ਜੀ, ਨੇੜੇ ਦੂਰ ਦਾ ਸਾਰਾ ਕੁਝ ਪਤਾ ਲੱਗ ਜਾਂਦਾ ਜੀ। ਜੇ ਮੋਟਰਸਾਈਕਲਸ ਦੀ ਗੱਲ ਕਰੀਏ, ਕਿਉਂਕਿ ਵੈਦਰ ਇਹੋ ਜਿਹੀ ਚੀਜ਼ ਹੈ, ਕਦੇ ਵੀ ਖਰਾਬ ਹੋ ਸਕਦਾ ਹੈ, ਬਾਰਿਸ਼ ਕਦੇ ਵੀ ਪੈ ਸਕਦੀ ਹੈ, ਸਰਦੀਆਂ 'ਚ, ਗਰਮੀਆਂ 'ਚ, ਆਟਮ 'ਚ। ਤੇ ਫੌਗ ਅਸੀਂ ਅਮੂਮਨ ਦੇਖਦੇ ਹਾਂ ਕਿ ਸਰਦੀਆਂ 'ਚ ਹੀ ਹੁੰਦੀ ਹੈ ਜ਼ਿਆਦਾਤਰ ਸਮੇਂ। ਜੇ ਇਸ ਦੌਰਾਨ ਕੋਈ ਬਾਈਕਰ ਮੋਟਰਸਾਈਕਲ ਚਲਾ ਰਹੇ ਹੈ, ਆਪਣੇ ਘਰ ਜਾ ਰਹੇ ਹੈ, ਕਿਤੇ ਜਾ ਰਹੇ ਹੈ, ਟਰੈਵਲ ਕਰ ਰਹੇ ਹੈ, ਸਿੱਧੀ ਜੀ ਗੱਲ ਕਰੀਏ, ਜਿਵੇਂ ਅਸੀਂ ਸਾਈਡ 'ਚ ਦੇਖ ਰਹੇ ਹਾਂ ਕਈ ਸਾਰੇ ਲੋਕ ਆਪਣੇ, ਦੇਖੋ ਕੋਈ ਦਫ਼ਤਰ ਜਾ ਰਿਹਾ ਹੋਣਾ, ਕੋਈ ਕਿਸੇ ਕੰਮ ਲਈ ਜਾ ਰਿਹਾ ਹੋਣਾ, ਦੇਖੋ ਜ਼ਿਆਦਾਤਰ ਲੋਕ ਕੁਝ ਇਸ ਤਰੀਕੇ ਦੇ ਵੀ ਨੇ ਜਿਹੜੇ ਕਿ ਬਿਨਾਂ ਹੈਲਮਟ ਤੋਂ ਜਿਹੜੇ ਉਹ ਜਾ ਰਹੇ ਨੇ, ਤੇ ਉਹ ਖਿੱਚਦੇ ਜਾ ਰਹੇ ਨੇ ਗੱਡੀ ਕਿ ਅੱਗੇ ਉਹਨਾਂ ਨੂੰ ਕੁਝ ਦਿਖੇ ਜਾਂ ਨਾ ਦਿਖੇ। ਕਿਉਂਕਿ ਅਸੀਂ ਇਹ ਵੀ ਨੋਟਿਸ ਕਰਦੇ ਜਾ ਰਹੇ ਹਾਂ ਇੱਥੇ ਫੌਗ ਘੱਟ ਹੈ, ਅੱਗੇ ਫੌਗ ਇੱਕਦਮ ਤੋਂ ਵੱਧ ਜਾਣੀ ਹੈ। ਤੇ ਜਿੱਥੇ ਜ਼ਿਆਦਾਤਰ ਮਤਲਬ ਜਿਵੇਂ ਰੈਸਟੋਰੈਂਟ ਹੋ ਗਏ, ਢਾਬੇ ਹੋ ਗਏ, ਉੱਥੇ ਘੱਟ ਹੁੰਦੀ ਹੈ, ਤੇ ਜਿਹੜੇ ਜ਼ਿਆਦਾਤਰ ਐਗਰੀਕਲਚਰਲ ਏਰੀਆਜ਼ ਹੋ ਗਏ, ਖੇਤ ਖਲਿਆਰੇ ਹੋ ਗਏ, ਉੱਥੇ ਫੌਗ ਵੱਧ ਜਾਂਦੀ ਆ। ਦੇਖੋ ਜਿਵੇਂ ਫੌਗ ਇੱਥੇ ਵਧਣੀ ਸ਼ੁਰੂ ਹੋ ਗਈ ਹੈ, ਤੇ ਇਹ ਚੀਜ਼ ਨੋਟਿਸ ਨਹੀਂ ਕਰ ਪਾ ਰਹੇ। ਇਹਨਾਂ ਲਈ ਕੀ ਜਿਹੜੀ ਹੈ ਪ੍ਰੀਕਾਸ਼ਨਸ ਵਰਤਣ ਦੀ ਲੋੜ ਹੁੰਦੀ ਹੈ? ਇਹਨਾਂ ਲਈ ਜੀ ਦੀ ਅੱਜ ਕੱਲ੍ਹ ਜਿਹੜੀ ਹੈਲਮਟਸ ਆ ਰਹੀਆਂ ਨੇ ਜੀ, ਹੈਲਮਟਸ ਦੇ ਉੱਤੇ ਅੱਜ ਕੱਲ੍ਹ ਰਿਫਲੈਕਟਰ ਆਪੇ ਲੱਗੇ ਆ ਰਹੇ ਨੇ ਜੀ, ਤਾਂ ਕਿ ਲੋਕਾਂ ਨੂੰ ਪਹਿਲਾਂ ਹੀ ਅਵੇਅਰ ਹੋਏਗੀ ਜੀ ਸਾਡੇ ਕੋਲ ਹੈਗੀ। ਪਰ ਕਈ ਲੋਕੀ ਜਿਵੇਂ ਜੀ ਹੁਣ ਸਾਡੇ ਅੱਗੇ ਗਏ ਨੇ, ਉਹ ਹੈਲਮਟ ਪਾਉਂਦੇ ਹੀ ਨਹੀਂ ਜੀ, ਅਗਲੇ ਕਹਿੰਦੇ ਨਹੀਂ ਸਾਨੂੰ ਫੌਗਸ ਦਿਸਦਾ ਨਹੀਂ ਜੀ, ਹੈਲਮਟ ਤਾਂ ਅੱਗੇ ਰਿਫਲੈਕਟਰ ਆਪਾਂ ਲਾ ਦਈਏ ਅੱਗੇ, ਤੇ ਲੋਕੀ ਪਰਹੇਜ਼ ਕਰਦੇ ਨੇ ਇਸ ਚੀਜ਼ ਗੱਲ ਤੋਂ। ਬਟ ਹੈਲਮਟ ਚਲੋ ਜੀ ਰਿਫਲੈਕਟਰ ਤੋਂ ਜ਼ਿਆਦਾ ਤਾਂ ਆਪਣੇ ਲਈ ਸੇਫਟੀ ਲਈ ਸਭ ਤੋਂ ਜ਼ਿਆਦਾ ਹੈ ਕਿ ਸੇਫਟੀ ਸਾਡੀ ਜਾਨ ਵੀ ਬਚਾਉਂਦੀ ਜੀ, ਕਦੇ ਐਕਸੀਡੈਂਟ ਹੋ ਜਾਏ। ਦੂਜੀ ਗੱਲ ਜੀ ਜਿਹੜੇ ਚਲਾਉਂਦੇ ਨੇ ਲੋਕੀ ਮੋਟਰਸਾਈਕਲਸ, ਉਹਨਾਂ ਨੂੰ ਤਾਂ ਇੱਕ ਚੀਜ਼ ਦਾ ਬਿਲਕੁਲ ਧਿਆਨ ਰੱਖਣਾ ਚਾਹੀਦਾ ਜੀ, ਐਡੀਸ਼ਨਲ ਲਾਈਟਸ। ਕਿਉਂਕਿ
ਇੱਥੇ ਘੱਟੋ ਘੱਟ 50 ਮੀਟਰ ਦੀ ਵਿਜ਼ਿਬਿਲਟੀ ਹੈਗੀ ਹੈ, ਪਰ ਅਸੀਂ ਕੋਸ਼ਿਸ਼ ਤੁਹਾਨੂੰ ਇਹ ਦੱਸਣ ਦੀ ਕੀਤੀ ਹੈ ਕਿ ਜਦ ਜ਼ੀਰੋ ਵਿਜ਼ਿਬਿਲਟੀ ਹੋਏ, ਬਿਲਕੁਲ ਘਣਾ ਕੋਹਰਾ ਹੋਏ, ਉਸ ਵੇਲੇ ਕੀ ਸਿਚੁਏਸ਼ਨ ਹੁੰਦੀ ਹੈ, ਉਸ ਸਿਚੁਏਸ਼ਨ 'ਤੇ ਕਿੰਨੇ ਕੰਮ ਕਰਨਾ ਹੈ, ਕਿਸ ਤਰੀਕੇ ਨਾਲ ਕੰਮ ਕਰੋਗੇ, ਤੇ ਨਾਲ ਦੇ ਨਾਲ ਕੀ ਸਟੈਪਸ ਹੋਣੇ ਚਾਹੀਦੇ ਨੇ ਕਿ ਤੁਸੀਂ ਆਪਣੇ ਆਪ ਨੂੰ ਬਚਾਉਣਾ ਹੈ, ਆਪਣੀ ਜ਼ਿੰਦਗੀ ਨੂੰ ਬਚਾਉਣਾ ਹੈ, ਆਪਣੇ ਵਹੀਕਲ ਨੂੰ ਬਚਾਉਣਾ ਹੈ, ਪਰ ਨਾਲ ਜਿਹੜੇ ਆਸ-ਪਾਸ ਲੋਕ ਚੱਲ ਰਹੇ ਨੇ ਉਹਨਾਂ ਦਾ ਵੀ ਖਿਆਲ ਰੱਖਣਾ ਹੈ। ਜਿਸ ਤੋਂ ਬਾਅਦ ਅਸੀਂ ਪੁੱਜੇ ਹਰਮਨ ਸਿੰਘ ਸਿੱਧੂ ਕੋਲ, ਜੋ ਕਿ ਅਰਾਈਵ ਸੇਫ ਆਰਗੇਨਾਈਜੇਸ਼ਨ ਦੇ ਪ੍ਰਧਾਨ ਨੇ, ਜਿਨ੍ਹਾਂ ਨੇ ਸਾਨੂੰ ਦੱਸਿਆ ਕਿ ਕਿਵੇਂ ਵਾਹਨ ਚਾਲਕ ਅਜਿਹੇ ਮੌਸਮ ਦੇ ਵਿੱਚ ਸਵੇਰ ਤੋਂ ਰਾਤ ਤੱਕ ਗੱਡੀ ਜਾਂ ਬਾਈਕਸ ਚਲਾਉਣ ਤਾਂ ਜੋ ਹਾਦਸਿਆਂ ਤੋਂ ਬਚਾ ਰਹੇ। ਟਰੈਵਲ ਓਨਲੀ ਇਫ ਇਟ ਇਜ਼ ਰਿਕੁਆਇਰਡ। ਤੇ ਦੂਜਾ, ਜੇ ਤੁਸੀਂ ਜਾਣਾ ਹੀ ਜ਼ਰੂਰੀ ਹੈ ਤਾਂ ਚੱਲਣ ਤੋਂ ਪਹਿਲਾਂ ਮੇਕ ਸ਼ੋਰ ਕਿ ਤੁਹਾਡੀ ਜਿਹੜੀ ਵਿੰਡਸ਼ੀਲਡ ਹੈ ਉਹ ਸਾਫ਼ ਹੋਵੇ, ਗੱਡੀ ਦੇ ਵਿੱਚੋਂ ਕੋਈ ਵਿਜ਼ਿਬਿਲਿਟੀ ਦੇ ਜਿਹੜੇ ਇਸ਼ੂਜ਼ ਹਨ ਦੇ ਆਰ ਟੇਕਨ ਕੇਅਰ ਆਫ। ਪਹਿਲੀ ਗੱਲ ਹੈ ਕਿ ਸਲੋ ਚਲਾਇਆ ਜਾਵੇ ਆਮ ਨਾਲੋਂ, ਅਗਲੀਆਂ ਬਾਕੀ ਗੱਡੀਆਂ ਤੋਂ ਜਿਹੜਾ ਡਿਸਟੈਂਸ ਹੈ ਉਹ ਵੱਧ ਰੱਖਿਆ ਜਾਵੇ, ਅਤੇ ਰੋਡ 'ਤੇ ਜਿਹੜੀ ਮਾਰਕਿੰਗ ਹੁੰਦੀ ਹੈ ਚਿੱਟੀ ਪੱਟੀ ਜਾਂ ਪੀਲੀ ਪੱਟੀ, ਨਾਰਮਲੀ ਵਾਈਟ ਮਾਰਕਿੰਗ ਹੁੰਦੀ ਹੈ, ਸੋ ਉਹਦੇ ਨਾਲ ਆਪਾਂ ਨੂੰ ਲੈਫਟ ਸਾਈਡ 'ਤੇ ਉਹਨੂੰ ਦੇਖ ਕੇ ਉਹਦੇ ਹਿਸਾਬ ਨਾਲ ਚੱਲਣਾ ਚਾਹੀਦਾ। ਆਪਾਂ ਨੂੰ ਪਤਾ ਵੀ ਜਿੱਥੇ ਜਿੱਥੇ ਦਰਿਆ ਆਏਗਾ ਜਾਂ ਪਾਣੀ ਹੋਏਗਾ ਉੱਥੇ ਧੁੰਦ ਹੋਰ ਸੰਘਣੀ ਹੋ ਸਕਦੀ ਹੈ, ਸੋ ਉੱਥੇ ਆਪਾਂ ਜੇ ਬਾਈ ਚਾਂਸ ਪੁਲ ਦੇ ਉੱਤੇ ਆ ਅਤੇ ਧੁੰਦ ਸੰਘਣੀ ਹੋ ਗਈ, ਉੱਥੇ ਆਪਾਂ ਨੂੰ ਨਹੀਂ ਰੁਕਣਾ ਚਾਹੀਦਾ। ਇਸ ਤੋਂ ਇਲਾਵਾ ਅਸੀਂ ਰੋਡ ਸੇਫਟੀ ਕਾਉਂਸਲ ਇੰਡੀਆ ਦੇ ਮੈਂਬਰ ਕਮਲਜੀਤ ਸਿੰਘ ਸੋਈ ਕੋਲ ਪੁੱਜੇ, ਜੋ ਪਹਿਲਾਂ ਵੀ ਕਈ ਪ੍ਰੋਗਰਾਮ ਸੜਕ ਸੁਰੱਖਿਆ ਨੂੰ ਲੈ ਕੇ ਕਰ ਚੁੱਕੇ ਨੇ ਤੇ ਕਈ ਅਵਾਰਡ ਵੀ ਹਾਸਲ ਕਰ ਚੁੱਕੇ ਨੇ। ਕਮਲਜੀਤ ਸਿੰਘ ਸੋਈ ਨੇ ਧੁੰਦ ਕੋਹਰੇ ਦੌਰਾਨ ਡਰਾਈਵਿੰਗ ਦੇ ਵਿੱਚ ਆਉਣ ਵਾਲੀਆਂ ਪਰੇਸ਼ਾਨੀਆਂ ਬਾਰੇ ਵਿਸਥਾਰ ਵਿੱਚ ਦੱਸਿਆ ਤੇ ਨਾਲ ਹੀ ਇਸ ਦੇ ਹੱਲ ਵੀ ਦੱਸੇ। ਦੇਖੋ, ਹਰ ਵਰੇ ਹਾਦਸੇ ਹੁੰਦੇ ਨੇ, ਜੋ ਦਸੰਬਰ ਤੇ ਜਨਵਰੀ ਦਾ ਮਹੀਨਾ ਆਉਂਦਾ ਹੈ ਤੇ ਉਦੋਂ ਜਿਹੜੇ ਵਿਜ਼ਿਬਿਲਿਟੀ ਆ ਬੜੀ ਘਟ ਜਾਂਦੀ ਹੈ। ਮੈਂ ਲੋਕਾਂ ਦੀਆਂ ਜ਼ਿੰਦਗੀਆਂ ਬਚਾਉਣ ਵਾਸਤੇ ਸਾਨੂੰ ਜੋ ਵੀ ਐਫਰਟ ਕਰਨੀ ਪਏਗੀ, ਮੈਨੂੰ ਲੱਗਦਾ ਪਹਿਲਾਂ ਮੈਂ ਪੰਜਾਬ ਹਰਿਆਣਾ ਹਾਈ ਕੋਰਟ 'ਚ ਬੜੇ ਸਾਰੇ ਨਿਯਮ ਜਿਵੇਂ ਕਿ ਸੇਫ ਸਕੂਲ ਟਰਾਂਸਪੋਰਟੇਸ਼ਨ ਪਾਲਿਸੀ, ਸਪੀਡ ਗਵਰਨਰ ਤੇ ਨੰਬਰ ਪਲੇਟਾਂ ਵਗੈਰਾ ਲਗਵਾਈਆਂ ਨੇ। ਹੁਣ ਪੰਜਾਬ ਸਰਕਾਰ ਨੂੰ ਮਜਬੂਰ ਕਰਾਂਗੇ ਹਾਈ ਕੋਰਟ 'ਚ ਜਾ ਕੇ ਕਿ ਜਿਹੜੇ ਬਲੈਕ ਸਪੌਟ ਨੇ ਆ ਦੂਰ ਕਰਨ, ਤਾਂ ਕਿ ਸਾਡੀ ਜਿਹੜੀ ਜ਼ਿੰਦਗੀ ਹੈ ਉਹ ਖਤਰੇ 'ਚ ਨਾ ਪਵੇ। ਅੱਜ ਹਰ ਪੰਜਾਬੀ ਜਦੋਂ ਵੀ ਘਰੋਂ ਬਾਹਰ ਨਿਕਲ ਲੈਣਾ ਤੇ ਮਾਪਿਓ ਸੁੱਖ ਮਨਾਉਂਦੇ ਨੇ ਜੇ ਘਰ ਬਾਹਰ ਘਰੋਂ ਵਾਪਸ ਪਰਤ ਆਵੇ। ਸਾਰਾ ਦਿਨ ਕੱਢਣ ਤੋਂ ਬਾਅਦ ਸਮਾਂ ਆਉਂਦਾ ਹੈ ਰਾਤ ਦਾ, ਜੋ ਡਰਾਈਵਿੰਗ ਲਈ ਸਭ ਤੋਂ ਖਤਰਨਾਕ ਹੁੰਦਾ ਹੈ। ਇਸ ਬਾਰੇ ਲੋਕਾਂ ਨੂੰ ਸਹੀ ਜਾਣਕਾਰੀ ਦੇਣ ਲਈ ਸਾਡੀ ਟੀਮ ਨੇ ਡੈਮੋਨਸਟ੍ਰੇਟ ਕਰਕੇ ਵਿਖਾਇਆ, ਕਿਉਂਕਿ ਦਿਨ ਦੇ ਵਿੱਚ ਜਿੱਥੇ ਨੈਚੁਰਲ ਲਾਈਟ ਹੁੰਦੀ ਹੈ ਉੱਥੇ ਰਾਤ ਨੂੰ ਗੱਡੀਆਂ ਦੀਆਂ ਲਾਈਟਾਂ ਵਰਤਣੀਆਂ ਪੈਂਦੀਆਂ ਨੇ। ਜਾਣ ਤੋਂ ਪਹਿਲਾਂ ਤੁਸੀਂ ਹਮੇਸ਼ਾ ਵੈਦਰ ਰਿਪੋਰਟ ਚੈੱਕ ਕਰੋ ਕਿ ਜਿਸ ਰਸਤੇ ਤੁਸੀਂ ਜਾਣਾ ਹੈ ਉਸ ਦੇ ਮੌਸਮ ਦਾ ਹਾਲ ਕੀ ਹੋਏਗਾ ਤੇ ਕਿਸ ਤਰੀਕੇ ਦਾ ਰੂਟ ਰਹਿਣ ਵਾਲਾ ਹੈ। ਤੇ ਜਿੱਥੇ ਵੀ ਤੁਸੀਂ ਜਾਣਾ, ਭਾਵੇਂ ਚੰਡੀਗੜ੍ਹ ਤੋਂ ਅੰਮ੍ਰਿਤਸਰ ਜਾਣਾ ਜੇ ਤੁਸੀਂ, ਤਾਂ ਫਿਰ ਇਹ ਕੋਸ਼ਿਸ਼ ਕਰੋ ਕਿ ਇਹ ਦੇਖ ਸਕੋ ਕਿ ਜੇ ਪਰੇਸ਼ਾਨੀ ਆਂਦੀ ਹੈ ਤਾਂ ਜਲੰਧਰ ਸਟੇ ਹੋ ਸਕਦਾ ਜਾਂ ਨਹੀਂ ਹੋ ਸਕਦਾ। ਜੇ ਗੱਡੀ ਬਾਈ ਚਾਂਸ ਕਿਤੇ ਲਾਣੀ ਵੀ ਪੈ ਜੇ ਵੈਦਰ ਕੰਡੀਸ਼ਨਸ ਕਰਕੇ, ਭਾਵੇਂ ਬਾਰਿਸ਼ ਹੋਏ ਭਾਵੇਂ ਫੌਗ ਹੋਏ, ਉਹ ਸਾਰੀਆਂ ਬੇਸਿਕ ਚੀਜ਼ਾਂ ਜਿਹੜੀਆਂ ਨੇ ਉਹ ਤਿਆਰ ਹੋਣੀਆਂ ਚਾਹੀਦੀਆਂ ਨੇ। ਦੂਜੇ ਪਾਸੇ ਹੁਣ ਕਿਉਂਕਿ ਗੱਡੀ ਜਿਸ ਤਰੀਕੇ ਨਾਲ ਖੜੀ ਸੀ, ਹਜ਼ਾਰਡ ਲੈਂਪਸ ਔਨ ਸੀਗੇ। ਹਜ਼ਾਰਡ ਲੈਂਪਸ ਅਸੀਂ ਕਹਿ ਦਿੰਦੇ ਹਾਂ ਕਿ ਜਿਹੜੇ ਇੰਡੀਕੇਟਰ ਹੁੰਦੇ ਨੇ। ਕਾਫੀ ਟਾਈਮ ਅਸੀਂ ਇਹ ਦੇਖਦੇ ਹਾਂ ਕਿ ਫੌਗ ਜਦ ਬਹੁਤ ਜ਼ਿਆਦਾ ਹੁੰਦੀ ਹੈ, ਅਸੀਂ ਵੀ ਹੁਣੇ ਦੇਖ ਰਹੇ ਹਾਂ ਇੱਥੇ ਕਈ ਸਾਰੇ ਲੋਕ ਨੇ ਜਿਹੜੇ ਕਿ ਇੰਡੀਕੇਟਰ ਔਨ ਕਰਕੇ ਗੱਡੀ ਚਲਾਉਂਦੇ ਨੇ, ਪਰ ਇਹ ਐਮਰਜੈਂਸੀ ਲਾਈਟਸ ਹੁੰਦੀਆਂ ਨੇ। ਇਸ ਕਰਕੇ ਇਹ ਗਲਤੀ ਨਾ ਕਰਿਆ ਕਰੋ। ਇਹ ਸਿਰਫ ਮੈਂ ਨਹੀਂ ਕਹਿ ਰਿਹਾ, ਇਹ ਜਿਹੜੇ ਐਕਸਪਰਟਸ ਨੇ, ਜਿਹੜੇ ਡਰਾਈਵਿੰਗ ਐਕਸਪਰਟਸ ਨੇ, ਉਹ ਵੀ ਕਹਿੰਦੇ ਨੇ ਕਿ ਹਜ਼ਾਰਡ ਲੈਂਪਸ ਸਿਰਫ ਗੱਡੀ ਜਦ ਖੜੀ ਹੈ, ਮੋਸ਼ਨ 'ਚ ਨਹੀਂ ਹੈ, ਉਸ ਵੇਲੇ ਯੂਜ਼ ਹੁੰਦੇ ਨੇ। ਇਸ ਕਰਕੇ ਅਸੀਂ ਸਭ ਤੋਂ ਪਹਿਲਾਂ ਹਜ਼ਾਰਡ ਲੈਂਪਸ ਬੰਦ ਕਰਾਂਗੇ। ਹੁਣ ਆਹ ਦੇਖੋ, ਜੇ ਅਸੀਂ ਬਿਲਕੁਲ ਹੌਲੀ ਚੱਲ ਰਹੇ ਹਾਂ, ਅਸੀਂ ਇਸ ਵਕਤ 40 ਦੀ ਸਪੀਡ 'ਤੇ ਹਾਂ ਤੇ ਫੌਗ ਸ਼ੁਰੂ ਹੋ ਚੁੱਕੀ ਹੈ ਦੁਬਾਰਾ ਤੋਂ ਆਣੀ। ਤੁਸੀਂ ਅੱਗੇ ਦੇਖ ਸਕਦੇ ਹੋ, ਜੇ ਮੈਂ ਅੱਗੇ ਦੀ ਲਾਈਟ ਕਰੂੰਗਾ, ਯਾਨੀ ਡਿਮ ਕਰੂੰਗਾ ਲਾਈਟ, ਫਿਰ ਤੁਸੀਂ ਦੇਖ ਸਕਦੇ ਹੋ ਜੇ ਹਾਈ ਬੀਮ ਕਰਦਾ ਤੇ ਫੌਗ ਕਿਵੇਂ ਸਪਲੈਸ਼ ਕਰਦੀ ਹੈ, ਯਾਨੀ ਕਿਵੇਂ ਮੇਰੀ ਜਿਹੜੀ ਵਿਜ਼ਿਬਿਲਿਟੀ ਹੈ ਉਹਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰਦੀ ਹੈ। ਇਸ ਕਰਕੇ ਇਸ ਤਰੀਕੇ ਦੇ ਮੌਸਮ ਦੇ ਵਿੱਚ ਜਦ ਤੁਸੀਂ ਗੱਡੀ ਚਲਾਉਣੀ ਹੈ, ਇਸ ਚੀਜ਼ ਦਾ ਹਮੇਸ਼ਾ ਧਿਆਨ ਰੱਖੋ ਕਿ ਜਦ ਵੀ ਤੁਸੀਂ ਗੱਡੀ ਚਲਾਓ, ਸਭ ਤੋਂ ਪਹਿਲਾਂ ਗੱਡੀ ਦੀ ਸਪੀਡ ਘੱਟ ਹੋਏ। ਹਾਈਵੇ ਤੇ ਚਾਹੇ 60 ਦੀ ਸਪੀਡ ਲਿਖੀ ਹੈ, ਚਾਹੇ 90 ਦੀ ਲਿਖੀ ਹੈ, ਪਰ ਤੁਸੀਂ ਆਪਣੇ ਵੀ ਦਿਮਾਗ ਦਾ ਇਸਤੇਮਾਲ ਕਰੋ ਕਿ ਜਦ ਸਿਚੁਏਸ਼ਨ ਇਹੋ ਜਿਹੀ ਹੋਏ ਤਾਂ ਉਸ ਸਮੇਂ 8 ਦੀ ਜਾਂ 80 ਦੀ ਜਾਂ 90 ਦੀ ਸਪੀਡ ਤੇ ਨਾ ਜਾਓ। ਤੁਸੀਂ ਆਪਣੀ ਸਪੀਡ ਰੱਖੋ, ਉਨੀ ਸਪੀਡ ਰੱਖੋ ਜਿੰਨੇ 'ਚ ਤੁਹਾਨੂੰ ਪਹਿਲਾਂ ਸੜਕ ਦਿਖਦੀ ਹੈ। ਹਰ ਸਾਲ ਹੀ ਕਈ ਸੜਕ ਹਾਦਸਿਆਂ ਵਿੱਚ ਕੀਮਤੀ ਜਾਨਾਂ ਮੌਤ ਦੇ ਮੂੰਹ ਵਿੱਚ ਚਲੀਆਂ ਜਾਂਦੀਆਂ ਨੇ। ਪੰਜਾਬ ਪੁਲਿਸ ਇੱਕ ਡਾਟਾ ਦੇ ਮੁਤਾਬਕ 2017 ਦੇ ਵਿੱਚ 4463 ਮੌਤਾਂ ਹੁੰਦੀਆਂ ਨੇ ਤੇ ਜ਼ਖਮੀ ਹੁੰਦੇ ਨੇ 4218। 2018 ਦੇ ਵਿੱਚ 4740 ਮੌਤਾਂ ਹੋਈਆਂ ਤੇ 3380 ਜ਼ਖਮੀ ਹੋਏ ਨੇ। ਇਹ ਅੰਕੜਾ ਵੱਧ ਕੇ 6.2% ਤੇ ਚਲਾ ਗਿਆ। ਫਿਰ ਗੱਲ ਕਰਾਂਗੇ 2019 ਦੀ। 4525 ਮੌਤਾਂ ਹੁੰਦੀਆਂ ਨੇ ਸੜਕ ਹਾਦਸਿਆਂ ਦੌਰਾਨ ਤੇ ਜ਼ਖਮੀ ਇਹਨਾਂ ਵਿੱਚ ਹੁੰਦੇ ਨੇ 2655, ਪਰ ਇਹ ਅੰਕੜਾ ਡਿੱਗ ਗਿਆ। ਇਹ ਘਟ ਕੇ 4.5% ਰਿਹਾ।
2020 ਦੇ ਵਿੱਚ 3839 ਮੌਤਾਂ ਹੁੰਦੀਆਂ ਨੇ, ਜਦਕਿ ਜ਼ਖਮੀਆਂ ਦੀ ਗਿਣਤੀ 1737 ਰਹਿੰਦੀ ਹੈ ਤੇ ਅੰਕੜਾ ਇਸ ਸਾਲ ਹੋਰ ਵੀ ਘਟ ਗਿਆ। ਇਹ ਘਟਿਆ 13.9%। 2021 ਦੀ ਗੱਲ ਕਰੀਏ ਤਾਂ ਇਸ ਦੌਰਾਨ 4599 ਮੌਤਾਂ ਹੋਈਆਂ, ਜਦਕਿ 2032 ਲੋਕ ਜ਼ਖਮੀ ਹੋਏ। ਇਹ ਲੈਵਲ ਇੱਕ ਵਾਰ ਫਿਰ ਤੋਂ ਵੱਧ ਗਿਆ, ਜੋ ਸੀ 17.7%। ਹੁਣੇ ਵੀ ਦੱਸ ਦਿੰਦੇ ਹਾਂ ਕਿ ਸੜਕ ਹਾਦਸਿਆਂ ਦੇ ਵੱਡੇ ਕਾਰਨ ਕੀ ਨੇ। ਜੋ ਲੋਕ ਸੜਕ ਹਾਦਸਿਆਂ ਦਾ ਸ਼ਿਕਾਰ ਹੁੰਦੇ ਨੇ, ਉਹਨਾਂ 'ਚ 69% ਦੀ ਉਮਰ 15 ਤੋਂ 45 ਸਾਲ ਤੱਕ ਦੀ ਹੈ। ਪੰਜਾਬ ਦੇ ਵਿੱਚ 72% ਐਕਸੀਡੈਂਟ ਸਟੇਟ ਤੇ ਨੈਸ਼ਨਲ ਹਾਈਵੇਜ਼ ਤੇ ਹੀ ਹੁੰਦੇ ਨੇ। ਇਹ ਹਾਈਵੇਜ਼ ਪੰਜਾਬ ਦੀਆਂ ਕੁੱਲ ਸੜਕਾਂ ਦਾ 5.93% ਹੀ ਨੇ। ਓਵਰ ਸਪੀਡਿੰਗ ਪੰਜਾਬ ਦੇ ਵਿੱਚ ਮੌਤਾਂ ਦਾ ਸਭ ਤੋਂ ਵੱਡਾ ਕਾਰਨ ਨੇ। 2021 ਦੇ ਵਿੱਚ 3276 ਲੋਕਾਂ ਦੀ ਮੌਤ ਓਵਰ ਸਪੀਡਿੰਗ ਕਰਕੇ ਹੋਈ। 542 ਲੋਕਾਂ ਦੀ ਮੌਤ ਗਲਤ ਪਾਸੇ ਗੱਡੀ ਚਲਾਉਣ ਕਰਕੇ ਹੋਈ। ਜਨਵਰੀ 2020 ਤੋਂ ਦਸੰਬਰ 2021 ਤੱਕ ਲੁਧਿਆਣਾ ਦੇ ਵਿੱਚ ਸਭ ਤੋਂ ਵੱਧ ਸੜਕ ਹਾਦਸਿਆਂ ਦੌਰਾਨ ਮੌਤਾਂ ਹੋਈਆਂ। ਪਿਛਲੇ 3 ਸਾਲਾਂ ਦੌਰਾਨ ਸਭ ਤੋਂ ਵੱਧ ਮੌਤਾਂ ਅਕਤੂਬਰ, ਨਵੰਬਰ ਤੇ ਦਸੰਬਰ ਮਹੀਨਿਆਂ ਦੇ ਵਿੱਚ ਹੋਈਆਂ। ਮਤਲਬ ਸਰਦੀਆਂ ਦੇ ਮਹੀਨਿਆਂ ਦੇ ਵਿੱਚ ਧੁੰਦ ਤੇ ਕੋਹਰੇ ਕਾਰਨ ਇਹ ਐਕਸੀਡੈਂਟ ਹੋਏ ਤੇ ਲੋਕਾਂ ਦੀਆਂ ਜਾਨਾਂ ਗਈਆਂ। ਬੇਸ਼ੱਕ ਸਾਡੀ ਕੋਸ਼ਿਸ਼ ਰਹੀ ਕਿ ਅਸੀਂ ਤੁਹਾਨੂੰ ਸਹੀ ਤਰੀਕੇ ਨਾਲ ਗੱਡੀ ਜਾਂ ਬਾਈਕਸ ਚਲਾਉਣ ਨੂੰ ਲੈ ਕੇ ਜਾਗਰੂਕ ਕਰੀਏ, ਪਰ ਤੁਹਾਡੀ ਵੀ ਜ਼ਿੰਮੇਵਾਰੀ ਹੈ ਕਿ ਤੁਸੀਂ ਵੀ ਸਾਰੇ ਟ੍ਰੈਫਿਕ ਨਿਯਮਾਂ ਨੂੰ ਅਪਣਾਓ ਤਾਂ ਜੋ ਕਿਸੇ ਵੀ ਅਣਸੁਖਾਵੀ ਘਟਨਾ ਤੋਂ ਬਚਾ ਰਹੇ। ਬਜ਼ਮ ਵਰਮਾ ਦੇ ਨਾਲ ਬਿਊਰੋ ਰਿਪੋਰਟ, ਡੇਲੀ ਪੋਸਟ, ਪੰਜਾਬ, ਹਰਿਆਣਾ, ਹਿਮਾਚਲ।